ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। आज नामे बीठल देखिया, आज नामे बीठल देखिया, आज नामे बीठल देखिया, आज नामे बीठल देखिया। मूरख को समझाऊ रे, मूरख को समझाऊ रे, मूरख को समझाऊ रे, मूरख को समझाऊ रे। पांडे तुम्हारी गायत्री, पांडे तुम्हारी गायत्री, पांडे तुम्हारी गायत्री, पांडे तुम्हारी गायत्री। लोधे का खेत खाती थी, लोधे का खेत खाती थी, लोधे का खेत खाती थी, लोधे का खेत खाती थी। लेकर ठेगा टगरी तोरी, लेकर ठेगा टगरी तोरी, लेकर ठेगा टगरी तोरी, लेकर ठेगा टगरी तोरी। लांगत लांगत जाती थी, लांगत लांगत जाती थी, लांगत लांगत जाती थी, लांगत लांगत जाती थी। पांडे तुमरा महादेव, पांडे तुमरा महादेव, पांडे तुमरा महादेव, पांडे तुमरा महादेव। तौले बलद चढ़ेया, तौले बलद चढ़ेया, तौले बलद चढ़ेया, तौले बलद चढ़ेया। आवत देखिया था, आवत देखिया था, आवत देखिया था, आवत देखिया था। मोदी के कारखाना पाका, मोदी के कारखाना पाका, मोदी के कारखाना पाका, मोदी के कारखाना पाका। वाका लड़का मारया था, वाका लड़का मारया था, वहाँ का लड़का मारया था, वहाँ का लड़का मारया था। पांडे तुमरा रामचंद, पांडे तुमरा रामचंद, पांडे तुमरा रामचंद, पांडे तुमरा रामचंद। सोपी आवत देखिया था, सोपी आवत देखिया था, सोपी आवत देखिया था, सोपी आवत देखिया था। रावण सेती सरबर होई, रावण सेती सरबर होई, रावण सेती सरबर होई, रावण सेती सरबर होई। घर की जोए गवाई थी, घर की जोए गवाई थी, घर की जोए गवाई थी, घर की जोए गवाई थी। हिंदू अन्ना तुर्कू काना, हिंदू अन्ना तुर्कू काना, हिंदू अन्ना तुर्कू काना, हिंदू अन्ना तुर्कू काना। दोहाते ज्ञानी स्याणा, दोहाते ज्ञानी स्याणा, दोहाते ज्ञानी स्याणा, दोहाते ज्ञानी स्याणा। हिंदू पूजै देहोरा, हिंदू पूजै देहोरा, हिंदू पूजै देहोरा, हिंदू पूजै देहोरा। मुसलमान मसीत, मुसलमान मसीत, मुसलमान मसीत, मुसलमान मसीत। नामे सोई सेविया,
ਨਾਮੇ ਸੋਈ ਸੇਵਿਆ। ਨਾਮੇ ਸੋਈ ਸੇਵਿਆ, ਨਾਮੇ ਸੋਈ ਸੇਵਿਆ। ਜਹ ਦੇਹੁਰਾ ਨਾਮ ਬਸੀਤ, ਜਹ ਦੇਹੁਰਾ ਨਾਮ ਬਸੀਤ। ਜਹ ਦੇਹੁਰਾ ਨਾਮ ਸੀਤ, ਜਹ ਦੇਹੁਰਾ ਨਾਮ ਸੀਤ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੁਰੂ ਪਿਆਰਿਓ ਜਿਹੜਾ ਸ਼ਬਦ ਆ, ਬੇਸ਼ੱਕ ਤੁਸੀਂ 2-4 ਮਿੰਟ ਬੈਠ ਜਾਓ, ਕੋਈ ਨਹੀਂ ਤੇ ਕੋਈ ਨਹੀਂ। ਇਹ ਜਿਹੜਾ ਸ਼ਬਦ ਹੈ ਆਮ ਕਰਕੇ ਪਿਛਲੇ ਸਮੇਂ ਵਿੱਚ ਇੱਕ ਮੂਰਖ ਜਿਹੇ ਬੰਦੇ ਨੇ ਇੱਕ ਵੀਡੀਓ ਬਣਾਈ ਸੀ, ਤੇ ਜਿਹਦੇ ਵਿੱਚ ਉਹ ਕਹਿੰਦਾ ਸੀ ਵੇਖੋ RSS ਨੇ ਇੱਕ ਚਾਲ ਖੇਡੀ ਆ ਤੇ ਜਪਜੀ ਸਾਹਿਬ ਦੇ ਵਿੱਚ ਉਹਨਾਂ ਨੇ ਮੋਦੀ ਦਾ ਨਾਮ ਪਾ ਦਿੱਤਾ। ਉਹੋ ਜਿਹਾ ਬੰਦਾ ਵੀਡੀਓ ਭੇਜਣ ਵਾਲਾ ਸੀ ਤੇ ਉਹੋ ਜਿਹੇ ਅੱਗੇ ਸ਼ੇਅਰ ਕਰਨ ਵਾਲਾ ਸੀ। ਬਹੁਤ ਜ਼ਿਆਦਾ ਵੀਡੀਓ ਘੁੰਮੀ ਕਿ RSS ਨੇ ਇਹਦੇ ਜਪਜੀ ਸਾਹਿਬ ਦੇ ਅਰਥਾਂ ਦੇ ਵਿੱਚ ਮੋਦੀ ਦਾ ਨਾਮ ਪਾ ਦਿੱਤਾ, ਜਦ ਕਿ ਇਹੋ ਜਿਹਾ ਕੁਛ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਤੇ ਇੱਕ ਬਹੁਤ ਵੱਡਾ ਐਨਸਾਈਕਲੋਪੀਡੀਆ ਵਾ, ਉਹਦੇ ਵਿੱਚ ਤੇ ਅਨੇਕ ਪ੍ਰਕਾਰ ਦੇ ਨਾਮ ਸ਼ਬਦ ਇਤਿਆਦਿਕ ਜਿਹੜੇ ਆਏ ਹਨ। ਚਾਹੇ ਪੰਛੀਆਂ ਦੀ ਗੱਲ ਕਰ ਲਓ, ਰੁੱਖਾਂ ਪੇੜ ਪੌਦਿਆਂ ਦੀ ਬਹੁਤ ਕੁਝ ਆਇਆ। ਇਹਦਾ ਮਤਲਬ ਇਹ ਥੋੜ੍ਹੀ ਵੀ ਜਿਹੜਾ ਨਾਮ ਸਾਡੇ ਨਾਲ ਮੈਚ ਹੋ ਗਿਆ ਤੇ ਉਹਦੇ ਵਿੱਚ ਸਾਡਾ ਨਾਮ ਲਿਖਿਆ ਹੋਇਆ ਵਾ। ਇਹ ਜਿਹੜਾ ਸ਼ਬਦ ਹੈ ਇਹਦੇ ਵਿੱਚ ਭਗਤ ਨਾਮਦੇਵ ਜੀ ਸਮਝਾਉਂਦੇ ਨੇ, ਆਜ ਨਾਮੇ ਬੀਠਲ ਦੇਖਿਆ ਮੂਰਖ ਕੂ ਸਮਝਾਊ ਰੇ। ਹੇ ਪਾਂਡੇ, ਮੈਂ ਤਾਂ ਇਸੇ ਜਨਮ ਵਿੱਚ ਪ੍ਰਮਾਤਮਾ ਦਾ ਦਰਸ਼ਨ ਕਰ ਲਿਆ ਹੈ, ਪਰ ਤੂੰ ਮੂਰਖ ਹੀ ਰਿਓ, ਤੈਨੂੰ ਦਰਸ਼ਨ ਨਹੀਂ ਹੋਇਆ। ਮੈਂ ਤੈਨੂੰ ਮੂਰਖ ਨੂੰ ਸਮਝਾਵਾਂ ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ। ਕਾਰਨ ਕੀ ਆ? ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ। ਹੇ ਪਾਂਡੇ, ਪਹਿਲਾਂ ਤਾਂ ਜਿਸ ਗਾਇਤਰੀ ਦਾ ਤੂੰ ਪਾਠ ਕਰਦਾ ਹੈ ਉਸ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕੀ, ਕਿਉਂਕਿ ਤੇਰੀ ਗਾਇਤਰੀ ਉਹ ਹੈ ਜਿਸ ਬਾਰੇ ਤੂੰ ਆਪ ਹੀ ਆਖਦਾ ਹੈ ਕਿ ਇੱਕ ਵਾਰੀ ਸਰਾਪ ਦੇ ਕਾਰਨ ਗਊ ਦੀ ਜੂਨ ਵਿੱਚ ਆ ਕੇ ਜਿਹੜਾ ਉਹ ਗਾਇਤਰੀ ਮੰਤਰ ਪੜ੍ਹਦੇ ਆ ਪੰਡਤ ਜੀ, ਤੁਸੀਂ ਆਪ ਹੀ ਉਹਦੇ ਬਾਰੇ ਗਲਤ ਸਾਖੀ ਬਣਾਈ ਫਿਰਦੇ ਹੋ। ਉਹਦੇ ਉੱਤੇ ਤੁਹਾਡੀ ਸ਼ਰਧਾ ਕਿਵੇਂ ਬਣੇ? ਤੁਸੀਂ ਕਹਿੰਦੇ ਹੋ ਵੀ ਤੁਹਾਡਾ ਜਿਹੜਾ ਗਾਇਤਰੀ ਮੰਤਰ ਆ ਇੱਕ ਵਾਰੀ ਸਰਾਪ ਦੇ ਕਾਰਨ ਗਊ ਦੀ ਜੂਨ ਵਿੱਚ ਆ ਕੇ ਇੱਕ ਲੋਧੇ ਜੱਟ ਦੀ ਪੈਲੀ ਖਾਣ ਜਾ ਪਈ। ਲੈ ਕਰ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ। ਉਸਨੇ ਸੋਟਾ ਲੈ ਕੇ ਲੱਤ ਤੋੜ ਦਿੱਤੀ ਤਾਂ ਵਿਚਾਰੀ ਲੰਗਾ ਲੰਗਾ ਕੇ ਤੁਰਨ ਲੱਗੀ। ਜਿਹਦੇ ਬਾਰੇ ਇਸ ਤਰ੍ਹਾਂ ਦੀ ਸਾਖੀ ਬਣਾਈ ਵੀ ਉਹ ਗਾਂ ਬਣ ਗਈ, ਉਹਦੀ ਲੱਤ ਤੋੜ ਦਿੱਤੀ, ਤਾਂ ਕਰਕੇ ਉਹ ਜਿਹੜਾ ਮੰਤਰ ਆ ਇਸ ਤਰ੍ਹਾਂ ਦਾ ਵਾ, ਉਹਦਾ ਕਾਵਤੋਲ ਤਾਂ ਕਰਕੇ ਨਹੀਂ ਪੂਰਾ ਹੁੰਦਾ। ਇਹੋ ਜਿਹੀ ਜਿਹੜਾ ਮੰਤਰ ਗਾਂ ਬਣ ਗਿਆ, ਉਹਦੀ ਇੱਕ ਜੱਟ ਨੇ ਲੱਤ ਤੋੜ ਦਿੱਤੀ, ਉਹਦੇ ਉੱਤੇ ਤੇਰੀ ਸ਼ਰਧਾ ਕਿਵੇਂ ਬਣੇ? ਆਪੇ ਤੇ ਉਹਦੇ ਨਾਲ ਪੁੱਠੀਆਂ ਸਿੱਧੀਆਂ ਸਾਖੀਆਂ ਜੋੜੀ ਬੈਠਾ ਹੈ। ਫਿਰ ਦੂਸਰਾ ਕਹਿੰਦੇ ਆ ਵੀ ਤਾਂ ਕਿਉਂ ਨਹੀਂ ਤੈਨੂੰ ਰੱਬ ਦੇ ਦਰਸ਼ਨ ਹੁੰਦੇ? ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ। ਹੇ ਪਾਂਡੇ, ਫਿਰ ਤੂੰ ਜਿਸ ਸ਼ਿਵ ਦੀ ਆਰਾਧਨਾ ਕਰਦਾ ਹੈ ਉਸ ਨੂੰ ਬੜਾ ਕ੍ਰੋਧੀ ਸਮਝਦਾ ਹੈ ਵੀ ਉਹ ਕ੍ਰੋਧ ਜਾਣ ਕੇ ਤੀਸਰਾ ਨੇਤਰ ਖੋਲ ਦਿੰਦਾ ਵਾ ਤੇ ਆਖਦਾ ਹੈ ਕਿ ਗੁੱਸੇ ਵਿੱਚ ਆ ਕੇ ਉਹ ਸਰਾਪ ਦੇ ਦਿੰਦਾ ਹੈ, ਭਸਮ ਕਰ ਦਿੰਦਾ ਹੈ। ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈ? ਫਿਰ ਤੇ ਤੂੰ ਉਹਦੇ ਕੋਲੋਂ ਡਰਦਾ ਹੀ ਰਵੇਂਗਾ, ਪਿਆਰ ਉਹਦੇ ਨਾਲ ਕਰ ਹੀ ਨਹੀਂ ਸਕਦਾ। ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਮੋਦੀ ਦਾ ਅਰਥ ਹੁੰਦਾ ਭੰਡਾਰੀ। ਤੇਰਾ ਸ਼ਿਵ ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈ ਕਿ ਕਿਸੇ ਭੰਡਾਰੀ ਦੇ ਘਰ, ਕਿਸੇ ਜ਼ਿਮੀਂਦਾਰ ਦੇ ਘਰ, ਬਹੁਤ ਸਾਰੇ ਰੁਪਏ ਪੈਸੇ ਧਨ ਦੌਲਤ ਵਾਲੇ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ। ਸ਼ਿਵ ਨੂੰ ਚਿੱਟੇ ਬਲਦ ਉੱਤੇ ਚੜ੍ਹਿਆ ਜਾਂਦਾ ਵੇਖਿਆ। ਭਾਵ ਤੂੰ ਦੱਸਦਾ ਹੈ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ, ਪਰ ਸ਼ਾਇਦ ਤੂੰ ਇੱਥੇ ਚਿੱਟੇ ਬਲਦ ਦੇ ਬਾਰੇ ਫਿਰ ਉਸ ਤੋਂ ਬਾਅਦ ਇੱਕ ਅਲੱਗ ਤੋਂ ਸ਼ਬਦ ਆਇਆ, ਜਿਹਦੀ ਸੇਵਾ ਕਰੀਏ ਉੱਦਾਂ ਦੇ ਹੋ ਜਾਈਦਾ ਵਾ। ਜਿਹੜੇ ਲੋਕ ਸ਼ਿਵ ਜੀ ਦੀ ਸੇਵਾ ਕਰਦੇ ਆ, ਇੱਕ ਤਾਂ ਆਪਸ਼ਨ ਇਹ ਹੈਗਾ ਵੀ ਉਹ ਸ਼ਿਵ ਜੀ ਵਰਗੇ ਹੋ ਜਾਣਗੇ, ਪਰ ਜੇ ਉਹਨਾਂ ਦੇ ਵਿੱਚ ਕੁਝ ਤਪੱਸਿਆ ਘੱਟ ਰਹਿ ਗਈ, ਜੇ ਸ਼ਿਵ ਜੀ ਵਰਗੇ ਨਾ ਵੀ ਹੋ ਸਕੇ ਤੇ ਸ਼ਿਵ ਜੀ ਦੇ ਬਲਦ ਵਰਗੇ ਤੇ ਹੋ ਹੀ ਜਾਣਗੇ ਨਾ, ਬਲਦ ਦੀ ਜੂਨ ਵਿੱਚ ਤੇ ਪੈ ਹੀ ਜਾਣਗੇ। ਉਹਨਾਂ ਦੀ ਮਿਥਿਓਲੋਜੀ ਦੇ ਅਨੁਸਾਰ ਗੁਰਬਾਣੀ ਵਿੱਚ ਭਗਤ ਜੀ ਨੇ ਲਿਖਿਆ ਉਹਦੇ ਨੰਦੀ ਬਲਦ ਵਰਗੇ ਬਣ ਜਾਣਗੇ। ਭਾਵ ਤੂੰ ਦੱਸਦਾ ਹੈ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ, ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ। ਸ਼ਿਵ ਜੀ ਨੇ ਸਰਾਪ ਦੇ ਕੇ ਉਸ ਦਾ ਮੁੰਡਾ ਮਾਰ ਦਿੱਤਾ ਜਿਹਨੇ ਰੋਟੀ ਖਾਣ ਵਾਸਤੇ ਸੱਦਿਆ ਸੀ। ਵੀ ਇਹ ਕੋਈ ਬੰਦਿਆਂ ਵਾਲਾ ਕੰਮ ਥੋੜ੍ਹੀ ਆ ਵੀ ਜਿੰਨੇ ਪਿਆਰ ਨਾਲ ਤੁਹਾਨੂੰ ਰੋਟੀ ਖਾਣ ਵਾਸਤੇ ਸੱਦਿਆ, ਨਹੀਂ ਰੋਟੀ ਪਸੰਦ ਆਈ ਤੇ ਤੁਸੀਂ ਕਹਿ ਦਿਓ ਵੀ ਨਹੀਂ ਸਵਾਦ। ਇਹ ਥੋੜ੍ਹੀ ਬਹੁਤਾ ਅਗਲੇ ਦਾ ਬੱਚਾ ਹੀ ਮਾਰ ਦਿਓ। ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਇਹ ਉਹਨਾਂ ਦੇ ਗ੍ਰੰਥਾਂ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਵਾ, ਬਕਾਇਦਾ ਲੰਬੀਆਂ ਚੌੜੀਆਂ ਵੱਡੀਆਂ ਸਾਖੀਆਂ ਉਹਦੇ ਵਿੱਚ ਲਿਖੀਆਂ ਹੋਈਆਂ ਨੇ। ਜਦੋਂ ਤੂੰ ਸ਼ਿਵ ਜੀ ਨੂੰ ਇੰਨਾ ਜ਼ਿਆਦਾ ਕ੍ਰੋਧੀ ਸਮਝਦਾ ਵਾਂ, ਇੰਨਾ ਤੀਸਰਾ ਨੇਤਰ ਖੋਲ੍ਹਣ ਵਾਲਾ ਸਮਝਦਾ ਵਾਂ, ਰੋਟੀ ਪਸੰਦ ਨਾ ਆਉਣ 'ਤੇ ਕਿਸੇ ਦਾ ਲੜਕਾ ਮਾਰ ਸਕਦਾ, ਉਹਦੇ ਨਾਲ ਤੇਰਾ ਪ੍ਰੇਮ ਕਿੱਦਾਂ ਪੈ ਸਕਦਾ? ਨਹੀਂ ਪੈ ਸਕਦਾ। ਉਹਨੂੰ ਕੌਣ ਆਪਣੇ ਘਰ ਪ੍ਰਸ਼ਾਦਾ ਛਕਣ ਵਾਸਤੇ ਸੱਦੂਗਾ?
ਪਾਂਡੇ ਤੁਮਰਾ ਰਾਮਚੰਦ ਸੋਪੀ ਆਪਤ ਦੇਖਿਆ ਥਾ। ਹੇ ਭਾਂਡੇ, ਤੇਰੇ ਸ਼੍ਰੀ ਰਾਮਚੰਦਰ ਜੀ ਭਿਆਉਂਦੇ ਵੇਖੇ ਹਨ। ਭਾਵ ਜਿਸ ਸ਼੍ਰੀ ਰਾਮਚੰਦਰ ਜੀ ਦੀ ਤੂੰ ਉਪਾਸਨਾ ਕਰਦਾ ਹੈ, ਉਹਨਾਂ ਦੀ ਬਾਬਤ ਵੀ ਤੈਥੋਂ ਇਹੀ ਕੁਝ ਅਸਾਂ ਸੁਣਿਆ ਹੈ। ਉਹਨਾਂ ਦੇ ਬਾਰੇ ਵੀ ਤੂੰ ਇਹੋ ਜਿਹੀਆਂ ਸਾਖੀਆਂ ਸਾਨੂੰ ਸੁਣਾਈਆਂ। ਰਾਵਣ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਰਾਵਣ ਨਾਲ ਉਹਨਾਂ ਦੀ ਲੜਾਈ ਹੋ ਗਈ, ਕਿਉਂਕਿ ਆਪਣੀ ਵਹੁਟੀ ਸੀਤਾ ਜੀ ਗਵਾ ਬੈਠੇ ਸਨ, ਤਾਂ ਕਰਕੇ ਉਹਦੇ ਨਾਲ ਲੜਾਈ ਹੋ ਗਈ। ਉਹਨਾਂ ਦਾ ਜਿਹੜਾ ਠੀਕ ਹੈ, ਜਿਹੜਾ ਉਹ ਇੱਕ ਸੁਨਹਿਰੀ ਹਿਰਨ ਆ ਗਿਆ, ਸੀਤਾ ਜੀ ਕਹਿਣ ਲੱਗੇ ਵੀ ਸਾਨੂੰ ਉਹੀ ਲਿਆ ਕੇ ਦਿਓ। ਰਾਵਣ ਜੀ ਉਹਨਾਂ ਦੇ ਰਾਮਚੰਦਰ ਜੀ ਉਹਨਾਂ ਦੇ ਪਿੱਛੇ ਚਲੇ ਗਏ। ਰਾਵਣ ਜਿਹੜਾ ਸੀ ਉਹ ਕੋਈ ਰੂਪ ਵਟਾ ਕੇ ਆ ਗਿਆ। ਉਹ ਜਿਵੇਂ ਤੁਸੀਂ ਕਹਾਣੀਆਂ ਬਣਾਈਆਂ, ਤੇ ਉਹ ਕਹਿਣ ਲੱਗਾ ਵੀ ਉਹਨਾਂ ਨੇ ਇੱਕ ਲਛਮਣ ਰੇਖਾ ਖਿੱਚ ਦਿੱਤੀ। ਸੀਤਾ ਨੂੰ ਕਹਿਣ ਲੱਗੇ ਵੀ ਜੇ ਤੂੰ ਇਹਦੇ ਵਿੱਚ ਰਵੇਂਗੀ ਤੂੰ ਸੇਫ ਰਵੇਂਗੀ, ਜਿਵੇਂ ਲੀਕ ਤੋਂ ਬਾਹਰ ਗਈ ਤਰ੍ਹਾਂ ਨੁਕਸਾਨ ਹੋ ਸਕਦਾ ਵਾ। ਵੀ ਸੀਤਾ ਨੂੰ ਚਾਹੀਦਾ ਵੀ ਆਪਣੇ ਪਤੀ ਦੇ ਆਖੇ ਲੱਗਦੀ, ਜਦੋਂ ਕਹਿ ਕੇ ਗਏ ਆ ਵੀ ਲੀਕ ਦੇ ਵਿੱਚ ਰਹਿ, ਲੀਕ ਦੇ ਵਿੱਚ ਕਿਉਂ ਨਾ ਰਹੀ। ਰਾਵਣ ਭੇਸ ਵਟਾ ਕੇ ਆ ਗਿਆ। ਉਹ ਕਹਿਣ ਲੱਗਾ ਨਹੀਂ ਜੇ ਖੈਰ ਪਾਉਣੀ ਆ ਤੇ ਲੀਕ ਤੋਂ ਬਾਹਰ ਆਣ ਕੇ ਪਾ। ਉਹ ਜਿਵੇਂ ਹੀ ਲੀਕ ਤੋਂ ਬਾਹਰ ਆ ਗਈ ਉਹਨੂੰ ਚੁੱਕ ਕੇ ਲੈ ਗਿਆ। ਆਪਣੇ ਰਾਮਚੰਦਰ ਜੀ ਦੇ ਬਾਰੇ ਵੀ ਤੂੰ ਇੱਦਾਂ ਦੀਆਂ ਸਾਖੀਆਂ ਬਣਾ ਕੇ ਬੈਠਾ ਹੈ। ਫਿਰ ਹਰ ਸਾਲ ਉਹਨਾਂ ਦਾ ਉਹ ਜਲੂਸ ਕੱਢਦੇ ਆ, ਸੀਤਾ ਬਣਾਉਂਦੇ, ਰਾਮ ਬਣਾਉਂਦੇ, ਹਰ ਸਾਲ ਉਹ ਚੁੱਕ ਕੇ ਲੈ ਜਾਂਦੇ, ਸਾਰਾ ਕੁਝ ਐਵੇਂ ਵੀ ਆ। ਰਾਵਣ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਰਾਵਣ ਨਾਲ ਉਹਨਾਂ ਦੀ ਲੜਾਈ ਹੋ ਗਈ, ਕਿਉਂਕਿ ਉਹ ਵਹੁਟੀ ਸੀਤਾ ਜੀ ਗਵਾ ਬੈਠੇ ਸਨ। ਹਿੰਦੂ ਅੰਨਾ ਤੁਰਕੂ ਕਾਣਾ। ਸੋ ਹਿੰਦੂ ਦੋਵੇਂ ਅੱਖਾਂ ਗਵਾ ਬੈਠਾ ਹੈ। ਇਹ ਵੇਖਦਾ ਨਹੀਂ ਵੀ ਮੈਂ ਕਿਹੜੀ ਸਾਖੀ ਸੁਣਾ ਰਿਹਾ, ਇਹਦਾ ਕੀ ਅਰਥ ਨਿਕਲਦਾ ਵਾ, ਇਹਦਾ ਕੀ ਗੱਲ ਬਣਦੀ ਆ। ਪਰ ਮੁਸਲਮਾਨ ਦੀ ਇੱਕ ਅੱਖ ਹੀ ਖਰਾਬ ਹੋਈ ਹੈ, ਕਿਉਂਕਿ ਜਿਹੜਾ ਮੁਸਲਮਾਨ ਆ ਉਹਨੇ ਆਪਣੇ ਮੁਹੰਮਦ ਸਾਹਿਬ ਤੇ ਆਦਿਕ ਦੇ ਬਾਰੇ ਇਸ ਤਰ੍ਹਾਂ ਦੀਆਂ ਇੰਨੀਆਂ ਘਟੀਆ ਕਿਸਮ ਦੀਆਂ ਸਾਖੀਆਂ ਨਹੀਂ ਬਣਾਈਆਂ। ਨਾਲੇ ਉਹ ਇੱਕ ਪਰਮਾਤਮਾ ਨੂੰ ਜਿਹੜਾ ਪੂਜਦਾ ਵਾ, ਕੋਈ ਪੱਥਰਾਂ ਦੀ ਪੂਜਾ ਨਹੀਂ ਕਰਦਾ। ਉਹਦੇ ਵਿੱਚ ਤਾਂ ਵੀ ਕੁਝ ਨਾ ਕੁਝ ਜਿਹੜੇ ਚੰਗੇ ਗੁਣ ਹੈਗੇ ਆ। ਤੇ ਤੂੰ ਤੇ ਬਿਲਕੁਲ ਹੀ ਅੰਨਾ ਹੀ ਹੋ ਗਿਆ, ਜਿਵੇਂ ਪੁੱਠੀਆਂ ਸਿੱਧੀਆਂ ਇਹੋ ਜਿਹੀਆਂ ਅਣਹੋਣੀਆਂ ਗੱਲਾਂ ਜਿਹੜੀਆਂ ਤੂੰ ਕਰੀ ਜਾਂਦਾ, ਜਿਹੜੀਆਂ ਕੋਈ ਸਾਇੰਟੀਫਿਕ ਤਰੀਕੇ ਦੇ ਨਾਲ ਵੀ ਪੂਰੀਆਂ ਨਹੀਂ ਉਤਰਦੀਆਂ। ਤਾਂ ਕਰਕੇ ਕਿਹਾ ਹਿੰਦੂ ਅੰਨਾ ਤੁਰਕੂ ਕਾਣਾ। ਬਹੁਤ ਇਸ ਤਰ੍ਹਾਂ ਦੀਆਂ ਜਿਹੜੀਆਂ ਭੈੜੀਆਂ ਸਾਖੀਆਂ ਨੇ, ਜਿਹੜੀਆਂ ਇਸ ਤਰ੍ਹਾਂ ਸੁਣਾਈਆਂ ਵੀ ਨਹੀਂ ਜਾ ਸਕਦੀਆਂ ਸੰਗਤ 'ਚ। ਦੋਹਾਂ ਤੇ ਗਿਆਨੀ ਸਿਆਣਾ, ਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ ਪ੍ਰਭੂ ਦੀ ਹਸਤੀ ਦਾ ਸਹੀ ਗਿਆਨ ਹੋ ਗਿਆ। ਹਿੰਦੂ ਪੂਜੈ ਦੇਹੁਰਾ, ਮੁਸਲਮਾਨ ਮਸੀਤ। ਹਿੰਦੂ ਨੇ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਉਹ ਆਪਣੇ ਇਸ਼ਟ ਬਾਰੇ ਸ਼ਰਧਾਹੀਨ ਕਹਾਣੀਆਂ ਘੜਨ ਲੱਗ ਪਿਆ, ਤੇ ਦੂਜੀ ਗਵਾਈ ਜਦੋਂ ਉਹ ਪ੍ਰਮਾਤਮਾ ਨੂੰ ਨਿਹਰਾ ਮੰਦਰ ਵਿੱਚ ਬੈਠਾ ਸਮਝ ਕੇ ਮੰਦਰ ਨੂੰ ਪੂਜਣ ਲੱਗ ਪਿਆ। ਉਹ ਇਹ ਸਮਝਦਾ ਵੀ ਨਹੀਂ ਰੱਬ ਸਿਰਫ ਮੰਦਰ ਵਿੱਚ ਹੀ ਪ੍ਰਮਾਤਮਾ ਵਸਦਾ, ਹੋਰ ਕਿਤੇ ਨਹੀਂ। ਮੁਸਲਮਾਨਾਂ ਦੀ ਹਜ਼ਰਤ ਸਾਹਿਬ ਵਿੱਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ, ਨਾ ਮੁਹੰਮਦ ਸਾਹਿਬ ਦੀ ਉਹ ਤਸਵੀਰ ਬਣਾਉਂਦੇ ਆ, ਨਾ ਮੂਰਤੀ ਬਣਾਉਂਦੇ ਆ, ਪਰ ਦੂਜੀ ਗਵਾ ਬੈਠਾ ਹੈ, ਕਿਉਂਕਿ ਰੱਬ ਨੂੰ ਨਿਹਰਾ ਮਸੀਤ ਵਿੱਚ ਜਾਣ ਕੇ ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਰਿਹਾ। ਜਦ ਕਿ ਭਗਤ ਸਾਹਿਬ ਸਮਝਾਉਂਦੇ, ਅਸੀਂ ਇਹ ਸਮਝਾਇਆ ਵੀ ਜਿਹੜਾ ਰੱਬ ਆ ਨਾ, ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾਮ ਮਸੀਤ। ਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾ ਕੋਈ ਖਾਸ ਮੰਦਰ ਹੈ ਤੇ ਨਾ ਕੋਈ ਮਸਜਿਦ ਹੈ। ਕਈ ਵਿਦਵਾਨ ਸੱਜਣ ਖਿਆਲ ਕਰਦੇ ਹਨ ਕਿ ਭਗਤ ਨਾਮਦੇਵ ਜੀ ਨੇ ਇਸ ਸ਼ਬਦ ਵਿੱਚ ਹਾਸ ਰਸ ਵਰਤਿਆ ਹੈ, ਪਰ ਸੱਚਾਈ ਬਿਆਨ ਕਰਕੇ ਕਿਸੇ ਕੁਰਾਹੇ ਜਾਂਦੇ ਨੂੰ ਰਾਹ ਦੱਸਣਾ ਹੋਰ ਗੱਲ ਹੈ, ਤੇ ਕਿਸੇ ਦੇ ਧਾਰਮਿਕ ਜਜ਼ਬਿਆਂ ਨੂੰ ਮਖੌਲ ਕਰਕੇ ਠੋਕਰ ਲਾਣੀ ਬੜਾ ਦੁਖਦਾਈ ਕੰਮ ਹੈ। ਇਹ ਗੱਲ ਮੰਨੀ ਨਹੀਂ ਜਾ ਸਕਦੀ ਕਿ ਭਗਤ ਜੀ ਇਉਂ ਕਿਸੇ ਦਾ ਦਿਲ ਦੁਖਾ ਸਕਦੇ ਸਨ, ਜਾਂ ਅਜਿਹੇ ਦੁਖਾਵੇਂ ਵਾਕ ਨੂੰ ਸਤਿਗੁਰੂ ਜੀ ਉਸ ਬਾਣੀ ਬੋਹਤ ਵਿੱਚ ਦਰਜ ਕਰਦੇ ਜੋ ਸਿੱਖ ਦੇ ਜੀਵਨ ਦਾ ਆਸਰਾ ਹੈ। ਇਹ ਆਖਣਾ ਕਿ ਹਾਸ ਰਸ ਦੀ ਰਾਹੀਂ ਵੱਡੇ ਵੱਡੇ ਦੇਵਤਿਆਂ ਦੇ ਵੱਡੇ ਵੱਡੇ ਕੰਮਾਂ ਨੂੰ ਪ੍ਰਮਾਤਮਾ ਦੀ ਵਡਿਆਈ ਦੇ ਸਾਹਮਣੇ ਤੁੱਛ ਪ੍ਰਗਟ ਕੀਤਾ ਹੈ, ਫੱਬਦਾ ਨਹੀਂ ਹੈ। ਕਿਸੇ ਮੁੰਡੇ ਨੂੰ ਮਾਰ ਦੇਣਾ ਕੋਈ ਵੱਡਾ ਕੰਮ ਨਹੀਂ ਹੈ, ਆਪਣੀ ਇਸਤਰੀ ਗਵਾ ਲੈਣੀ ਕੋਈ ਵੱਡਾ ਕੰਮ ਨਹੀਂ ਹੈ, ਤੇ ਟੰਗ ਤੁੜਾ ਲੈਣੀ ਕੋਈ ਫਖਰ ਦੀ ਗੱਲ ਨਹੀਂ ਹੈ। ਫਿਰ ਇਹਨਾਂ ਵੱਡੇ ਕੰਮਾਂ ਦੇ ਟਾਕਰੇ ਤੇ ਪ੍ਰਮਾਤਮਾ ਦੇ ਕਿਸੇ ਵੀ ਵੱਡੇ ਕੰਮ ਦਾ ਇੱਥੇ ਕੋਈ ਜ਼ਿਕਰ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣੀ ਜਿੰਦ ਦਾ ਸਹਾਰਾ ਸਮਝਣ ਵਾਲੇ ਸਿੱਖ ਨੇ ਤਾਂ ਇਹ ਵੇਖਣਾ ਹੈ ਕਿ ਉਸ ਨੂੰ ਇਹ ਸ਼ਬਦ ਪੜ੍ਹਦਿਆਂ ਕੀ ਸਹਾਰਾ ਮਿਲਦਾ ਹੈ, ਕਿਹੜਾ ਚਾਨਣ ਮਿਲਦਾ ਹੈ। ਕਿਸੇ ਦੇ ਧਾਰਮਿਕ ਜਜ਼ਬੇ ਨੂੰ ਮਖੌਲ ਕਰਕੇ ਉਸ ਦੇ ਦਿਲ ਨੂੰ ਠੋਕਰ ਮਾਰਨੀ ਧਰਮ ਦਾ ਮਾਰਗ ਨਹੀਂ ਹੋ ਸਕਦਾ। ਸਾਨੂੰ ਇਸ ਵਿੱਚੋਂ ਸੱਚਾਈ ਦੀ ਕਿਰਨ ਦੀ ਲੋੜ ਹੈ, ਸਾਨੂੰ ਇਸ ਵਿੱਚੋਂ ਉਸ ਉੱਚ ਉਡਾਰੀ ਦੀ ਲੋੜ ਹੈ ਜੋ ਸਾਨੂੰ ਵੀ ਉੱਚਾ ਕਰ ਸਕੇ। ਅਸਾਂ ਕਿਸੇ ਉੱਤੇ ਮਖੌਲ ਉਡਾ ਕੇ ਹੀ ਨਹੀਂ ਫਰਜ਼ ਕਰ ਲੈਣਾ ਕਿ ਇਸ ਸ਼ਬਦ ਵਿੱਚੋਂ ਸਾਨੂੰ ਜੀਵਨ ਰਾਹ ਲੱਭ ਪਿਆ ਹੈ। ਜੋ ਕਿਸੇ ਮੁਕੰਮਲ ਸ਼ਬਦ ਨੂੰ ਖਿੜਿਆ ਹੋਇਆ ਸੁੰਦਰ ਫੁੱਲ ਮਿਥ ਲਈਏ ਤਾਂ ਰਹਾਉ ਦੀ ਤੁਕ ਉਸ ਫੁੱਲ ਦਾ ਮੁਕਰੰਦ ਹੈ।
ਰਹਾਉ ਵਿੱਚ ਉਹ ਕੇਂਦਰੀ ਰਮਜ਼ ਹੋਇਆ ਕਰਦੀ ਹੈ, ਜਿਸ ਦਾ ਵਿਕਾਸ ਸਾਰੇ ਸ਼ਬਦ ਵਿੱਚ ਕੀਤਾ ਜਾਂਦਾ ਹੈ। ਇਸੇ ਨਿਯਮ ਨੂੰ ਜੇ ਇਸ ਸ਼ਬਦ ਵਿੱਚ ਵੀ ਗੌਰ ਨਾਲ ਵਰਤਾਂਗੇ ਤਾਂ ਉਹ ਸੁਗੰਧੀ ਜੋ ਇਸ ਰਹਾਉ ਮੁਕਰੰਦ ਵਿੱਚ ਲੁਕੀ ਹੋਈ ਹੈ, ਸਾਰੇ ਖਿੜੇ ਫੁੱਲ ਵਿੱਚੋਂ ਮਹਿਕ ਦੇਣ ਲੱਗ ਪਏਗੀ, ਸਾਰੀ ਰਮਜ਼ ਖੁੱਲ੍ਹ ਜਾਏਗੀ। ਸ਼ਬਦ ਦੇ 3 ਬੰਦਾਂ ਵਿੱਚ ਕਿਸੇ ਪਾਂਡੇ ਨੂੰ ਸੰਬੋਧਨ ਕਰ ਰਹੇ ਨੇ, ਸੋ ਰਹਾਉ ਵਿੱਚ ਵਰਤਿਆ ਲਫ਼ਜ਼ ਰੇਪ ਹੀ ਉਸ ਪਾਂਡੇ ਵਾਸਤੇ ਹੀ ਹੈ। ਇਸ ਤੁਕ ਵਿੱਚ ਪਾਂਡੇ ਨੂੰ ਆਪਣਾ ਹਾਲ ਦੱਸਦੇ ਹਨ ਕਿ ਮੈਂ ਤਾਂ ਬੀਠਲ ਦਾ ਦੀਦਾਰ ਕਰ ਲਿਆ ਹੈ, ਪਰ ਨਾਲ ਹੀ ਉਸ ਨੂੰ ਇਹ ਵੀ ਚੇਤਾ ਕਰਾਉਂਦੇ ਹਨ ਕਿ ਤੂੰ ਤਾਂ ਮੂਰਖ ਹੀ ਰਿਹੋ, ਤੈਨੂੰ ਦੀਦਾਰ ਨਾ ਹੋਇਆ। ਬਾਕੀ ਸਾਰੇ ਸ਼ਬਦ ਵਿੱਚ ਪਾਂਡੇ ਨੂੰ ਉਸ ਦੀਆਂ ਉਕਾਈਆਂ ਸਮਝਾ ਰਹੇ ਹਨ ਜਿਨ੍ਹਾਂ ਨੇ ਉਸ ਨੂੰ ਬੀਠਲ ਦਾ ਦਰਸ਼ਨ ਕਰਨ ਨਹੀਂ ਦਿੱਤਾ। ਇੱਥੇ ਇੱਕ ਹੋਰ ਸਵਾਦਲੀ ਗੱਲ ਵੀ ਵੇਖਣ ਵਾਲੀ ਹੈ। ਜੇ ਨਾਮਦੇਵ ਜੀ ਦਾ ਬੀਠਲ ਕਿਸੇ ਮੰਦਰ ਵਿੱਚ ਸਥਾਪਨ ਕੀਤਾ ਹੁੰਦਾ ਤਾਂ ਉਸ ਮੰਦਰ ਵਿੱਚ ਰਹਿਣ ਵਾਲੇ ਪਾਂਡੇ ਨੂੰ ਤਾਂ ਉਸ ਦਾ ਦਰਸ਼ਨ ਜਦ ਉਹ ਚਾਹੁੰਦਾ ਹੋ ਸਕਦਾ ਸੀ, ਕਿਉਂਕਿ ਪਾਂਡਾ ਉੱਚੀ ਜਾਤ ਦਾ ਸੀ। ਪਰ ਸ਼ੂਦਰ ਨਾਮਦੇਵ ਨੂੰ ਬੀਠਲ ਦਾ ਦਰਸ਼ਨ ਕਿਵੇਂ ਹੋਇਆ? ਇਸ ਨੂੰ ਤਾਂ ਸ਼ੂਦਰ ਹੋਣ ਕਰਕੇ ਸਗੋਂ ਧੱਕੇ ਪੈ ਸਕਦੇ ਹਨ। ਪਰ ਅਸਲ ਗੱਲ ਇਹ ਹੈ ਕਿ ਨਾਮਦੇਵ ਦਾ ਬੀਠਲ ਕਿਸੇ ਮੰਦਰ ਵਿੱਚ ਬਿਠਾਇਆ ਹੋਇਆ ਬੀਠਲ ਨਹੀਂ ਸੀ। ਉਹ ਬੀਠਲ ਉਹ ਸੀ ਜਿਹ ਦੇਹੁਰਾ ਨਾਮ ਸੀਤ। ਕਿ ਅਜੇ ਵੀ ਕੋਈ ਸ਼ੱਕ ਰਹਿ ਜਾਂਦਾ ਹੈ ਕਿ ਭਗਤ ਨਾਮਦੇਵ ਜੀ ਕਿਸੇ ਮੰਦਰ ਵਿੱਚ ਥਾਪੇ ਹੋਏ ਬੀਠਲ ਦੇ ਪੁਜਾਰੀ ਨਹੀਂ ਸਨ। ਉਹ ਤਾਂ ਸਗੋਂ ਮੰਦਰ ਵਿੱਚ ਟਿਕਾਏ ਹੋਏ ਬੀਠਲ ਦੀ ਪੂਜਾ ਕਰਨ ਵਾਲੇ ਪਾਂਡੇ ਨੂੰ ਕਹਿ ਰਹੇ ਹਨ ਕਿ ਤੂੰ ਮੂਰਖ ਹੀ ਰਿਹੋ, ਤੈਨੂੰ ਅਜੇ ਤੱਕ ਬੀਠਲ ਦੇ ਦਰਸ਼ਨ ਨਹੀਂ ਹੋ ਸਕੇ। ਪਾਂਡੇ ਨੂੰ ਬੀਠਲ ਦੇ ਦਰਸ਼ਨ ਕਿਉਂ ਨਹੀਂ ਹੋ ਸਕੇ? ਇਸ ਦਾ ਉੱਤਰ ਸ਼ਬਦ ਦੇ ਸਾਰੇ ਬੰਦਾਂ ਵਿੱਚ ਹੈ। ਮੁੱਖ ਗੱਲ ਇਹ ਕਹੀ ਹੈ ਕਿ ਪਾਂਡਾ ਅੰਨਾ ਹੈ, ਇਸ ਦੀਆਂ ਦੋਵੇਂ ਅੱਖਾਂ ਬੰਦ ਹਨ। ਗਿਆਨਦਾਤਾ ਗੁਰੂ ਦੇ ਲੜ ਲੱਗਣਾ ਇਹ ਹੈ ਆਤਮਿਕ ਤੌਰ 'ਤੇ ਸੁਜਾਖੇ ਬੰਦੇ ਦੀ ਇੱਕ ਅੱਖ ਪਰਮਾਤਮਾ ਦਾ ਸਹੀ ਸਰੂਪ, ਇਹ ਹੈ ਦੂਜੀ ਅੱਖ। ਪਾਂਡੇ ਨੇ ਗਿਆਨ ਪ੍ਰਾਪਤ ਕਰਨ ਲਈ ਗਾਇਤਰੀ ਦਾ ਪਵਿੱਤਰ ਜਾਪ ਕੀਤਾ, ਮਹਾਦੇਵ ਦੀ ਓਟ ਲਈ, ਸ਼੍ਰੀ ਰਾਮਚੰਦਰ ਜੀ ਦੇ ਚਰਨਾਂ 'ਤੇ ਢੱਠਾ, ਪਰ ਇਹਨਾਂ ਵਿੱਚੋਂ ਕਿਸੇ ਦੇ ਵੀ ਲੜ ਨਾ ਲੱਗਾ, ਕਿਸੇ ਉੱਤੇ ਵੀ ਸ਼ਰਧਾ ਨਾ ਬਣਾਈ, ਸਗੋਂ ਇਹਨਾਂ ਬਾਰੇ ਅਜਿਹੀਆਂ ਕਹਾਣੀਆਂ ਘੜ ਲਈਆਂ ਕਿ ਪੂਰਨ ਸ਼ਰਧਾ ਬਣ ਹੀ ਨਾ ਸਕੇ। ਲਫ਼ਜ਼ ਗਾਇਤਰੀ ਮਹਾਦੇਵ ਅਤੇ ਰਾਮਚੰਦ ਨਾਲ ਵਰਤੇ ਲਫ਼ਜ਼ ਤੁਮਰੀ ਅਤੇ ਤੁਮਰਾ ਖਾਸ ਤੌਰ 'ਤੇ ਸਮਝਣਯੋਗ ਹਨ। ਭਾਵ ਇਹ ਹੈ ਕਿ ਪਾਂਡੇ ਜਿਸ ਗਾਇਤਰੀ ਆਤਕ ਨੂੰ ਤੂੰ ਆਪਣਾ ਗਿਆਨਦਾਤਾ ਕਹਿੰਦਾ ਹੈ, ਉਸ ਵਿੱਚ ਤੂੰ ਆਪ ਹੀ ਨੁਕਸ ਦੱਸੀ ਜਾ ਰਿਹਾ ਹੈ। ਫਿਰ ਤੇਰਾ ਸਿਦਕ ਕਿਵੇਂ ਬੱਝੇ? ਇਹ ਗਿਆਨ ਦੀ ਅੱਖ ਗਈ। ਦੂਜੀ ਦਾ ਵੀ ਇਹੀ ਹਾਲ ਹੋਇਆ। ਬੀਠਲ ਸੀ ਮਾਇਆ ਤੋਂ ਪਰੇ ਅਤੇ ਸਰਬ ਵਿਆਪਕ, ਪਰ ਪਾਂਡੇ ਨੇ ਉਸ ਨੂੰ ਮੰਦਰ ਵਿੱਚ ਕੈਦ ਕਰ ਦਿੱਤਾ। ਸਿਰਫ ਉਸ ਮੂਰਤੀ ਨੂੰ ਬੀਠਲ ਸਮਝਿਆ ਜੋ ਮੰਦਰ ਵਿੱਚ ਸੀ। ਸੰਸਾਰ ਵਿੱਚ ਵੱਸਦਾ ਬੀਠਲ ਉਸ ਨੂੰ ਨਾ ਦਿਸਿਆ। ਤੁਰਕ ਇਸ ਗੱਲੋਂ ਕੁਝ ਬਚਿਆ ਰਿਹਾ, ਇਸ ਨੇ ਹਜ਼ਰਤ ਮੁਹੰਮਦ ਸਾਹਿਬ ਵਿੱਚ ਪੂਰਾ ਸਿਦਕ ਬਣਾਇਆ ਹੈ, ਪਰ ਇੱਕ ਉਕਾਈ ਇਹ ਵੀ ਖਾ ਗਿਆ। ਇਸ ਨੇ ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਲਿਆ ਹੈ। ਇਸ ਨੇ ਨਿਰੇ ਕਾਬੇ ਵਿੱਚ ਹੀ ਰੱਬ ਨੂੰ ਵੇਖਣ ਦੀ ਕੋਸ਼ਿਸ਼ ਕੀਤੀ, ਸੋ ਇੱਕ ਅੱਖੋਂ ਕਾਣਾ ਰਹਿ ਗਿਆ। ਗੁਰੂ ਨਾਨਕ ਸਾਹਿਬ ਨੂੰ ਭਲਾ ਇਹ ਸ਼ਬਦ ਕਿਉਂ ਪਿਆਰਾ ਲੱਗਾ? ਉਹਨਾਂ ਭਗਤ ਜੀ ਦੇ ਵਤਨ ਤੋਂ ਇਹ ਸਾਂਭ ਕੇ ਕਿਉਂ ਲਿਆਂਦਾ? ਇਹ ਉੱਪਰਲੀ ਵਿਚਾਰ ਦੇ ਸਾਹਮਣੇ ਉੱਤਰ ਸਪਸ਼ਟ ਹਨ। ਪਹਿਲੀ ਗੱਲ ਇਹ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਦੇ ਜੀਵਨ ਦਾ ਆਸਰਾ ਹੈ, ਪਰ ਇਸ ਵਿੱਚ ਕਿਤੇ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਫਲਾਨਾ ਸ਼ਬਦ ਤਾਂ ਸਾਨੂੰ ਨਹੀਂ ਜੱਚਦਾ। ਦੂਸਰੀ ਗੱਲ ਇਹ ਆ, ਜੇ ਪਾਂਡੇ ਦੇ ਮਹਾਦੇਵ ਵਾਂਗ ਸਿੱਖ ਨੇ ਵੀ ਆਪਣੇ ਪ੍ਰੀਤਮ ਗੁਰੂ ਨੂੰ ਸਰਾਪ ਦੇਣ ਵਾਲਾ ਮੰਨ ਲਿਆ, ਤਾਂ ਜਿਵੇਂ ਪਾਂਡਾ ਮਹਾਦੇਵ ਨੂੰ ਪੂਜਦਾ ਤਾਂ ਹੈ, ਪਰ ਉਸ ਪਾਸੋਂ ਕੰਬਦਾ ਫਿਰ ਵੀ ਰਹਿੰਦਾ ਕਿ ਕਿਤੇ ਸਰਾਪ ਨਾ ਮਿਲ ਜਾਏ। ਸਿੱਖ ਦਾ ਵੀ ਇਹੀ ਹਾਲ ਰਹੇਗਾ। ਗੁਰੂ ਦੇ ਚਰਨਾਂ ਤੋਂ ਰੀਝ ਨਾਲ ਸਦਕੇ ਨਹੀਂ ਹੋ ਸਕੇਗਾ, ਕਿਉਂਕਿ ਉਸ ਨੂੰ ਇਹੀ ਡਰ ਰਹੇਗਾ ਕਿ ਗੁਰੂ ਗੁੱਸੇ ਵਿੱਚ ਆ ਕੇ ਸਰਾਪ ਦੇ ਸਕਦਾ ਹੈ। ਇਸ ਵਾਸਤੇ ਗੁਰੂ ਸਾਹਿਬ ਜੀ ਕੋਈ ਸਰਾਪ ਨਹੀਂ ਦਿੰਦੇ। ਉਹ ਕਿ ਨਾਰਾਜ਼ ਨਹੀਂ ਹੁੰਦੇ ਵੀ ਅਸੀਂ ਆਪਣੇ ਮੂੰਹੋਂ ਕੱਢ ਦਿੱਤਾ ਸੀ ਜੀ, ਅਸੀਂ ਅਖੰਡ ਪਾਠ ਸਾਹਿਬ ਕਰਾਵਾਂਗੇ, ਬਾਅਦ ਵਿੱਚ ਕੋਈ ਕਾਰੋਬਾਰ 'ਚ ਘਾਟਾ ਪੈ ਗਿਆ, ਘਰੇ ਤੇ ਨਿਆਣਿਆਂ ਦੇ ਲੀੜੇ ਲਿਆਉਣ ਵਾਸਤੇ ਕੱਪੜੇ ਨਹੀਂ ਆ, ਤੇ ਹੁਣ 8500 ਰੁਪਈਆ ਦੇ ਕੇ ਤੇ ਅਖੰਡ ਪਾਠ ਕਿੱਥੋਂ ਕਰਾਈਏ? ਪਤਾ ਨਹੀਂ ਇਹਦੇ ਨਾਲ ਖਣੀ ਗੁਰੂ ਸਾਹਿਬ ਨੇ ਸਾਡੇ ਤੇ ਹੁਣ ਕੋਈ ਹੋਰ ਜ਼ਿਆਦਾ ਕਰੋਪੀ ਕਰ ਦੇਣੀ। ਫਿਰ ਸਾਡੇ ਗੁਰੂ ਸਾਹਿਬ ਦੇ ਵਿੱਚ ਤੇ ਸ਼ਿਵ ਜੀ ਦੇ ਵਿੱਚ ਫਰਕ ਕੀ ਰਹਿ ਗਿਆ? ਤਾਂ ਕਰਕੇ ਉਹ ਜੀ ਮੈਂ ਮੂੰਹੋਂ ਕੱਢ ਦਿੱਤਾ, ਇਹੋ ਜਿਹੀਆਂ ਗੱਲ ਕੋਈ ਨਹੀਂ ਹੁੰਦੀ। ਜਿਵੇਂ ਇੱਕ ਨੌਜਵਾਨ ਸੀ, ਉਹ ਅਮਰੀਕਾ ਦੀ ਐਮਬੈਸੀ 'ਚ ਪਹੁੰਚਿਆ ਆਪਣਾ ਪਾਸਪੋਰਟ ਲੈ ਕੇ। ਉਹ ਕਹਿਣ ਲੱਗਾ, ਉੱਥੇ ਜਿਹੜੀ ਮੈਡਮ ਬੈਠੀ ਸੀ, ਕਹਿੰਦਾ ਜੀ ਮੇਰਾ ਵੀਜ਼ਾ ਲਾ ਦਿਓ। ਮੈਡਮ ਕਹਿਣ ਲੱਗੀ ਕਿਉਂ, ਤੇਰੇ ਕੋਈ ਹਿਸਟਰੀ ਤੇਰੀ ਕੀ ਹੈ ਵੀ ਤੂੰ ਕਿਹੜੇ ਕਿਹੜੇ ਦੇਸ਼ 'ਚ ਗਿਆ? ਕਹਿੰਦਾ ਜੀ ਮੈਂ ਗਿਆ ਤੇ ਕਦੇ ਕਿਤੇ ਨਹੀਂ ਆ, ਪਰ ਤਾਂ ਵੀ ਨਾ ਤੁਸੀਂ ਮੇਰਾ ਵੀਜ਼ਾ ਲਾ ਦਿਓ। ਉਹ ਕਹਿੰਦੀ ਕਾਰਨ ਕੀ? ਉਹ ਕਹਿੰਦਾ ਜੀ ਕਾਰਨ ਇਹ ਆ ਵੀ ਇੱਕ ਵਾਰੀ ਹੋਲੀਆਂ ਦੇ ਦਿਨ ਸੀ ਤੇ ਮੈਂ ਆਪਣੇ ਮੂੰਹੋਂ ਕੱਢਿਆ ਸੀ ਵੀ ਮੈਂ ਅਨੰਦਪੁਰ ਸਾਹਿਬ ਜਾਵਾਂਗਾ। ਅਸੀਂ ਫਿਰ ਸਾਡੇ ਪਿੰਡੋਂ ਟਰਾਲੀ ਗਏ, ਮੈਂ ਚਲੇ ਗਿਆ। ਇੱਕ ਵਾਰੀ ਫਿਰ ਜੂਨ ਦਾ ਮਹੀਨਾ ਆ ਗਿਆ ਤੇ ਮੇਰੇ ਮੂੰਹ ਕਿਤੇ ਨਿਕਲਿਆ ਵੀ ਲੋਕੀ ਇੰਨੇ ਹੇਮਕੁੰਡ ਜਾਂਦੇ, ਮੈਂ ਵੀ ਜਾਵਾਂਗਾ, ਤੇ ਤਾਂ ਕਰਕੇ ਫਿਰ ਮੈਂ ਹੇਮਕੁੰਡ ਗਿਆ। ਹੁਣ ਇੱਕ ਦਿਨ ਅਸੀਂ ਘਰੇ ਬੈਠੇ ਸੀ ਤੇ ਬਾਹਰਲੇ ਦੇਸ਼ ਦੀਆਂ ਗੱਲਾਂ ਚੱਲਦੀਆਂ ਸੀ, ਮੇਰੇ ਮੂੰਹੋਂ ਨਿਕਲ ਗਿਆ ਵੀ ਮੈਂ ਅਮਰੀਕਾ ਜਾਵਾਂਗਾ, ਤੇ ਤਾਂ ਕਰਕੇ ਮੈਂ ਉਹਨੂੰ ਡਰਦਾ ਵੀ ਜੇ ਮੈਂ ਅਮਰੀਕਾ ਨਾ ਗਿਆ ਤਾਂ ਪਤਾ ਨਹੀਂ ਕੀ ਹੋ ਜਾਣਾ ਵਾ। ਤਾਂ ਕਰਕੇ ਮੇਰੀ ਬੇਨਤੀ ਹੈ ਜੀ ਮੇਰਾ ਜ਼ਰੂਰ ਵੀਜ਼ਾ ਲਾ ਦਿਓ ਤੇ ਮੈਂ ਅਮਰੀਕਾ ਤੋਂ ਉੱਥੇ ਦਰਸ਼ਨ ਕਰ ਆਵਾਂ, ਉੱਥੇ ਮੈਂ ਹੋ ਆਵਾਂ। ਕਹਿਣ ਦਾ ਭਾਵ ਇਹ ਨਹੀਂ ਵੀ ਜੋ ਮੂੰਹੋਂ ਨਿਕਲ ਗਿਆ ਤੇ ਉਹ ਹੋਣਾ ਹੀ ਹੈ। ਮੂੰਹ ਦੇ ਵਿੱਚੋਂ ਤਾਂ ਪਤਾ ਨਹੀਂ ਸੀ ਸਾਰਾ ਦਿਨ ਕੀ ਕੁਛ ਕੱਢੀ ਜਾਂਦੇ ਆ। ਤਾਂ ਕਰਕੇ ਗੁਰੂ ਸਾਹਿਬ ਇਹਨਾਂ ਗੱਲਾਂ ਨਾਲ ਕੋਈ ਨਾਰਾਜ਼ ਨਹੀਂ ਹੋ ਜਾਂਦੇ। ਗੁਰੂ ਸਾਹਿਬ ਸਾਨੂੰ ਕੋਈ ਸਰਾਪ ਨਹੀਂ ਦਿੰਦੇ। ਤੀਸਰਾ ਨੰਬਰ ਇਸ ਸ਼ਬਦ ਵਿੱਚ ਇਹ ਆ,
ਸਿੱਖ ਦਾ ਪੂਜੇ ਅਕਾਲ ਪੁਰਖ ਹਰ ਥਾਂ ਹੈ, ਤੇ ਸਿੱਖ ਦਾ ਤੀਰਥ ਉਸ ਦਾ ਆਪਣਾ ਹਿਰਦਾ ਹੈ, ਜਿੱਥੇ ਨਿਤ ਜੁੜ ਕੇ ਸਿੱਖ ਇਸ਼ਨਾਨ ਕਰਦਾ ਹੈ। ਤੀਰਥ ਨਹਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਪੂਰਾ ਸ਼ਬਦ ਇਹਦੇ ਤੇ ਵੱਡਾ ਵਾ। ਸਾਡਾ ਰੱਬ ਕਿਸੇ ਇੱਕ ਗੁਰਦੁਆਰੇ ਵਿੱਚ ਨਹੀਂ ਵਸਦਾ। ਇਹ ਨਹੀਂ ਵੀ ਫਲਾਨਾ ਕੋਈ ਗੁਰਦੁਆਰਾ ਬੜਾ ਵੱਡਾ ਵਾ ਤੇ ਹਰੀ ਉੱਥੇ ਹੀ ਵਸਦਾ ਵਾ। ਸਾਡਾ ਜਿਹੜਾ ਰੱਬ ਆ, ਗੁਰਬਾਣੀ ਸਮਝਾਇਆ, ਉਹ ਸਾਰੀਆਂ ਥਾਵਾਂ ਦੇ ਉੱਤੇ ਵਸਦਾ ਵਾ। ਸਾਡੇ ਬਹੁਤ ਸਾਰੇ ਲੋਕ ਕਹਿੰਦੇ ਸਾਨੂੰ ਤੇ ਜੀ ਫਿਰ ਜੀ ਕੀਤਾ ਦਰਸ਼ਨ ਕਰੀਏ, ਅਸੀਂ ਤੇ ਸਵੇਰੇ ਫਿਰ 2:30 ਵਜੇ ਕਾਰ ਚਲਾਤੀ ਤੇ ਦਰਸ਼ਨ ਕਰਕੇ ਤੇ ਅਸੀਂ 9 ਵਜੇ ਨੂੰ ਫਿਰ ਵਾਪਸ ਮੁੜ ਆਏ। ਕਿਉਂ? ਇਹਦਾ ਮਤਲਬ ਤੁਹਾਨੂੰ ਗੁਰਬਾਣੀ ਸਮਝ 'ਚ ਹੀ ਨਹੀਂ ਆਈ। ਆ ਭਾਈ ਸਾਹਿਬ ਸ਼ਬਦ ਪੜ੍ਹਦੇ ਹੁੰਦੇ ਨੇ, ਊਹਾਂ ਤੋਂ ਜਾਈਏ ਜੋ ਈਹਾਂ ਨਾ ਹੋਏ। ਉੱਥੇ ਕਾਹਦੇ ਲਈ ਜਾਂਦੇ ਹੋ ਕਿ ਇੱਥੇ ਰੱਬ ਨਹੀਂ ਹੈਗਾ? ਰੱਬ ਸਾਰੀਆਂ ਥਾਵਾਂ ਦੇ ਉੱਤੇ ਵਸਿਆ ਵਾ। ਸਿੱਖ ਦਾ ਪੂਜੇ ਅਕਾਲ ਪੁਰਖ ਹਰ ਥਾਂ ਹੈ, ਤੇ ਸਿੱਖ ਦਾ ਤੀਰਥ ਉਸ ਦਾ ਆਪਣਾ ਹਿਰਦਾ ਹੈ, ਜਿੱਥੇ ਨਿਤ ਜੁੜ ਕੇ ਸਿੱਖ ਇਸ਼ਨਾਨ ਕਰਦਾ ਹੈ। ਨੋਟ: ਰਾਮਾਇਣ ਅਤੇ ਉੱਤਰ ਰਾਮ ਚਰਿੱਤਰ ਆਦਿਕ ਪੁਸਤਕਾਂ ਵਿੱਚ ਕਈ ਦੂਸ਼ਣ ਵੀ ਸ਼੍ਰੀ ਰਾਮਚੰਦਰ ਜੀ ਉੱਤੇ ਆਰੋਪਣ ਕੀਤੇ ਗਏ ਹਨ, ਭਾਵੇਂ ਉਹ ਭਗਤੀ ਭਾਵ ਵਿੱਚ ਗਲੇਫੇ ਹੋਏ ਹਨ। ਬਾਲੀ ਨੂੰ ਛਿਪ ਕੇ ਮਾਰਨਾ, ਇੱਕ ਰਾਖਸ਼ਣੀ ਨੂੰ ਮਾਰਨਾ, ਸੀਤਾ ਜੀ ਨੂੰ ਘਰੋਂ ਕੱਢ ਦੇਣਾ ਇਤਿਆਦਿਕ, ਇਹ ਦੂਸ਼ਣ ਲਾ ਕੇ ਉਹਨਾਂ ਵਿੱਚ ਪੂਰੀ ਸ਼ਰਧਾ ਰੱਖਣੀ ਅਸੰਭਵ ਹੋ ਜਾਂਦੀ ਹੈ। ਨਾਲ ਦੀ ਨਾਲ ਭਗਤ ਸਾਹਿਬ ਜੀ ਦੇ ਕਹਿਣ ਦਾ ਭਾਵ ਇਹ ਵੀ ਹੈ, ਭਗਤ ਨਾਮਦੇਵ ਜੀ ਦਾ, ਵੀ ਜਿਹਨੂੰ ਮੰਨਦੇ ਹੋ ਉਹਦੇ ਨਾਮ ਦੇ ਨਾਲ ਫਿਰ ਇਹੋ ਜਿਹੀਆਂ ਤੁਸੀਂ ਪੁੱਠੀਆਂ ਸਿੱਧੀਆਂ ਜਿਹੜੀਆਂ ਸਾਖੀਆਂ ਕਾਹਦੇ ਵਾਸਤੇ ਜੋੜੀਆਂ ਹਨ? ਇਹ ਕਿਉਂ ਕਹਿੰਦੇ ਹੋ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇ ਜੀ ਆਪਣੇ ਘਰ ਨੂੰ ਆਪੇ ਹੀ ਸ਼ਰਾਪ ਦੇ ਦਿੱਤਾ? ਉਹਨਾਂ ਨੇ ਕਹਿ ਦਿੱਤਾ ਜੀ, ਕਹਾਂ ਤੁਸ਼ ਥੀ ਉਹ ਮਠਿਆਈ ਜੋ ਸਿੱਖਣ ਕੇ ਕਾਮ ਨਾ ਆਈ। ਇਹਦੇ ਵਿੱਚ ਫਿਰ ਮੁਗਲਾਂ ਦਾ ਤਾਂ ਕੋਈ ਦੋਸ਼ ਹੀ ਨਾ ਹੋਇਆ। ਫਿਰ ਤੇ ਗੁਰੂ ਸਾਹਿਬ ਨੇ ਆਪ ਹੀ ਕਹਿ ਦਿੱਤਾ ਵੀ ਜਿਹੜੀ ਮਠਿਆਈ ਸੰਗਤ ਨੇ ਨਹੀਂ ਖਾਧੀ ਉਹ ਤੇ ਹੁਣ ਤੁਰਕ ਹੀ ਖਾਣਗੇ। ਫਿਰ ਤੁਰਕਾਂ ਦਾ ਥੋੜ੍ਹੀ ਕੋਈ ਦੋਸ਼ ਹੈ, ਤੇ ਮਹਾਰਾਜ ਨੇ ਆਪ ਹੀ ਸ਼ਰਾਪ ਦਿੱਤਾ ਸੀ ਆਪਣੀ ਪੁੱਤਰੀ ਦਾ, ਆਪੇ ਵਿਆਹ ਕੈਂਸਲ ਕਰਵਾ ਬੈਠੇ ਤੇ ਅੰਮ੍ਰਿਤਸਰ ਤੋਂ ਕੈਂਸਲ ਕਰਵਾ ਕੇ ਤੇ ਝਬਾਲ ਕਰਾਉਣਾ ਪਿਆ। ਤਾਂ ਕਰਕੇ ਗੁਰੂ ਦੇ ਨਾਲ ਸਾਨੂੰ ਇਹੋ ਜਿਹੀਆਂ ਘਟੀਆ ਕਿਸਮ ਦੀਆਂ ਜਿਹੜੀਆਂ ਸਾਖੀਆਂ, ਵਾਰ ਸ਼ਰਾਬ ਇਤਿਆਦਿ ਕੋ ਨਹੀਂ ਜੋੜਨੇ ਚਾਹੀਦੇ। ਗੁਰਬਾਣੀ ਬੜੀ ਮਹਾਨ ਆ। ਜਦੋਂ ਇਹਨੂੰ ਸੁਣਦੇ ਹਾਂ ਅਸੀਂ ਹੈਰਾਨ ਹੋ ਜਾਂਦੇ ਹਾਂ ਵੀ ਅਸੀਂ ਮੰਨਦੇ ਤੇ ਕਰਦੇ ਕੁਝ ਹੋ ਰਹੇ ਹਾਂ, ਪਰ ਗੁਰਬਾਣੀ ਦੇ ਵਿੱਚ ਤੇ ਕੁਝ ਹੋਰ ਹੀ ਲਿਖਿਆ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।